7 ਜਮਾਤ ਦੇ ਪਿਆਰੇ ਬੱਚਿਓ, ਹੈਲਪਿੰਗ ਹੈਂਡਸ ਟੀਮ ਸ਼੍ਰੀ ਮੁਕਤਸਰ ਸਾਹਿਬ ਦੇ ਬਿਹਾਫ ਤੇ ਮੈਂ ਰਜਨੀ ਵਾਲਾ ਐਸਐਸ ਮਿਸਟਰਸ ਗਵਰਨਮੈਂਟ ਹਾਈ ਸਕੂਲ ਬॉयਜ਼ ਮੰਡੀ ਹਰਜੀ ਰਾਮ ਮਲੋਟ ਤੁਹਾਡੀ ਜਮਾਤ ਦੇ ਹੀ ਸਮਾਜਿਕ ਵਿਸ਼ੇ ਦੇ ਪਾਠ ਨਗਰ ਵਪਾਰੀ ਤੇ ਕਾਰੀਗਰ ਦਾ ਪਹਿਲਾ ਭਾਗ ਲੈ ਕੇ ਹਾਜ਼ਰ ਹੋਈ ਹਾਂ। ਇਸ ਪਾਠ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਨਗਰ ਕੀ ਹੁੰਦੇ ਹਨ। ਪਿਆਰੇ ਬੱਚਿਓ, ਤੁਸੀਂ ਸਾਰੇ ਹੀ ਜਾਣਦੇ ਹੋ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਜਦੋਂ ਪਿੰਡਾਂ ਵਿੱਚ ਖੇਤੀਬਾੜੀ ਦੀ ਬਹੁਤ ਉੱਨਤੀ ਹੋਈ ਤਾਂ ਹੌਲੀ ਹੌਲੀ ਮਨੁੱਖੀ ਜੀਵਨ ਸਥਿਰ ਹੋ ਗਿਆ। ਇਹੀ ਪਿੰਡ ਬਾਅਦ ਵਿੱਚ ਉੱਨਤੀ ਕਰਕੇ ਨਗਰ ਬਣ ਗਏ। ਜੇਕਰ ਆਕਾਰ ਪੱਖੋਂ ਦੇਖੀਏ ਤਾਂ ਨਗਰ ਪਿੰਡਾਂ ਤੋਂ ਵੱਡੇ ਪਰ ਸ਼ਹਿਰਾਂ ਤੋਂ ਛੋਟੇ ਹੁੰਦੇ ਹਨ। ਇਹੀ ਨਗਰ ਰਾਜਧਾਨੀ ਨਗਰ, ਤੀਰਥ ਸਥਾਨ ਤੇ ਬੰਦਰਗਾਹ ਨਗਰਾਂ ਦੇ ਰੂਪ ਵਿੱਚ ਪ੍ਰਫੁੱਲਿਤ ਹੋ ਗਏ। ਇਹਨਾਂ ਨਗਰਾਂ ਬਾਰੇ ਸਮੁੱਚੀ ਜਾਣਕਾਰੀ ਜਿਨ੍ਹਾਂ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਅਸੀਂ ਮੁੱਖ ਸਰੋਤ ਕਹਿੰਦੇ ਹਾਂ। ਮੁੱਖ ਸਰੋਤਾਂ ਦੇ ਵਿੱਚ ਹਨ, ਗੱਲ ਕਰਾਂਗੇ ਅਸੀਂ ਵਿਦੇਸ਼ੀ ਯਾਤਰੀਆਂ ਜਿਵੇਂ ਬਰਨੀਅਰ, ਦੁਰਤ ਬਾਰਬੋਸਾ, ਰਾਲਫ ਵਿਚ ਦੇ ਬਿਰਤਾਂਤ ਜਾਣ ਲੇਖਾਂ ਦੀ, ਜਿਨ੍ਹਾਂ ਤੋਂ ਸਾਨੂੰ ਉਸ ਸਮੇਂ ਦੇ ਮੁਗਲ ਸ਼ਾਸਨ ਪ੍ਰਬੰਧ ਜਾਂ ਨਗਰ ਪ੍ਰਬੰਧ ਬਾਰੇ ਸਮੁੱਚੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਰ ਥੋਮਸ ਹੋ ਤੇ ਹੋਨਡੀਓ ਨੇ ਮੁਗਲ ਸਾਮਰਾਜ ਦੇ ਨਕਸ਼ੇ ਵਿੱਚ ਥੱਟਾ, ਲਾਹੌਰ, ਸੂਰਤ ਤੇ ਮੁਲਤਾਨ ਸਥਾਨ ਦਰਸਾਏ ਹਨ। ਉਸ ਸਮੇਂ ਦੇ ਸਰਕਾਰੀ ਦਸਤਾਵੇਜ਼ਾਂ ਤੋਂ ਵੀ ਸਾਨੂੰ ਨਵੇਂ ਤੇ ਪੁਰਾਣੇ ਨਗਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹਨਾਂ ਨਗਰਾਂ ਨੂੰ ਅਸੀਂ 4 ਭਾਗਾਂ ਵਿੱਚ ਵੰਡਦੇ ਹਾਂ: ਰਾਜਧਾਨੀ ਨਗਰ, ਬੰਦਰਗਾਹ ਨਗਰ, ਤੀਰਥ ਸਥਾਨ ਤੇ ਵਪਾਰਕ ਨਗਰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਰਾਜਧਾਨੀ ਨਗਰਾਂ ਦੀ। ਇਹ ਉਹ ਨਗਰ ਹਨ ਜੋ ਵੱਖੋ ਵੱਖਰੇ ਸ਼ਾਸਕਾਂ ਦੇ ਸਮੇਂ ਉਹਨਾਂ ਦੇ ਰਾਜਾਂ ਦੀ ਰਾਜਧਾਨੀ ਬਣੇ। ਸਿੰਧੂ ਘਾਟੀ ਦੀ ਸੱਭਿਅਤਾ ਸਮੇਂ ਹੜੱਪਾ ਤੇ ਮੋਹਨਜੋਦੜੋ ਰਾਜਧਾਨੀ ਨਗਰ ਸਨ। ਇਸੇ ਤਰ੍ਹਾਂ ਵੈਦਿਕ ਕਾਲ ਭਾਵ ਰਮਾਇਣ ਦੇ ਸਮੇਂ ਅਯੋਧਿਆ ਅਤੇ ਇੰਦਰਪ੍ਰਸਥ ਰਾਜਧਾਨੀ ਨਗਰ ਸਨ। 600 ਈਸਵੀ ਪੂਰਬ ਦੇ ਵਿੱਚ 16 ਮਹਾਜਨਪਦਾਂ ਦੇ ਆਪਣੋ ਆਪਣੇ ਰਾਜਧਾਨੀ ਨਗਰ ਸਨ। ਜੇਕਰ ਅਸੀਂ ਗੱਲ ਕਰੀਏ ਤਾਂ ਦਿੱਲੀ ਸਲਤਨਤ ਸਮੇਂ ਲਾਹੌਰ ਤੇ ਦਿੱਲੀ ਤੇ ਮੁਗਲ ਕਾਲ ਸਮੇਂ ਦਿੱਲੀ, ਆਗਰਾ ਅਤੇ ਫਤਿਹਪੁਰ ਸੀਕਰੀ ਮੁੱਖ ਰਾਜਧਾਨੀ ਨਗਰ ਰਹੇ ਹਨ। ਹੜੱਪਾ, ਦਿੱਲੀ, ਆਗਰਾ ਤੇ ਫਤਿਹਪੁਰ ਸੀਕਰੀ ਇਹਨਾਂ ਦੇ ਚਿੱਤਰ ਵੀ ਤੁਹਾਡੇ ਨਾਲ ਸਾਂਝੇ ਕੀਤੇ ਗਏ ਹਨ ਜਿਹੜੇ ਕਿ ਉਸ ਸਮੇਂ ਦੇ ਮੁੱਖ ਰਾਜਧਾਨੀ ਨਗਰ ਰਹੇ ਹਨ। ਹੁਣ ਅਸੀਂ ਗੱਲ ਕਰਾਂਗੇ ਬੰਦਰਗਾਹ ਨਗਰਾਂ ਦੀ। ਸਾਡਾ ਦੇਸ਼ 3 ਪਾਸਿਓਂ ਪਾਣੀ ਨੇ ਘੇਰਿਆ ਹੋਇਆ ਹੈ ਤੇ ਬੰਦਰਗਾਹ ਉਹ ਥਾਂ ਹਨ ਜਿੱਥੇ ਸਮੁੰਦਰੀ ਜਹਾਜ਼ ਆ ਕੇ ਰੁਕਦੇ ਹਨ। ਇੱਥੇ ਸਮਾਨ ਨੂੰ ਉਤਾਰਿਆ ਤੇ ਲੱਦਿਆ ਜਾਂਦਾ ਹੈ। ਵਪਾਰਕ ਖੇਤਰ ਦੇ ਵਿੱਚ ਇਹਨਾਂ ਨਗਰਾਂ ਦਾ ਬਹੁਤ ਯੋਗਦਾਨ ਸੀ। ਮੁੱਖ ਰੂਪ ਵਿੱਚ ਜੋ ਬੰਦਰਗਾਹ ਵਪਾਰਕ ਪੱਖ ਤੋਂ ਬਹੁਤ ਮਸ਼ਹੂਰ ਸਨ ਉਹਨਾਂ ਵਿੱਚ ਹਨ ਗੋਆ, ਸੂਰਤ, ਕੋਚੀਨ ਤੇ ਵਿਸ਼ਾਖਾਪਟਨਮ। ਇਸ ਤੋਂ ਬਾਅਦ ਹਨ ਤੀਰਥ ਸਥਾਨ। ਤੀਰਥ ਸਥਾਨ ਉਹ ਥਾਂ ਹਨ ਜਿੱਥੇ ਲੋਕ ਆਪਣੀ ਧਾਰਮਿਕ ਭਾਵਨਾ ਦੇ ਨਾਲ ਆਉਂਦੇ ਹਨ। ਇਹਨਾਂ ਵਿੱਚੋਂ ਮੁੱਖ ਰੂਪ ਵਿੱਚ ਹਨ ਨਨਕਾਣਾ ਸਾਹਿਬ, ਜੋ ਕਿ ਪਹਿਲੇ ਸਿੱਖ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਸੀ ਔਰ ਹੁਣ ਇਹ ਪਾਕਿਸਤਾਨ ਵਿੱਚ ਹੈ। ਅੰਮ੍ਰਿਤਸਰ, ਕੁਰੂਕਸ਼ੇਤਰ ਅਤੇ ਜਗਨਨਾਥਪੁਰੀ। ਇਹ ਤੀਰਥ ਸਥਾਨ ਹਮੇਸ਼ਾ ਹੀ ਸ਼ੁਰੂ ਤੋਂ ਹੀ ਸਾਡੇ ਦੇਸ਼ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਰਹੇ ਹਨ ਔਰ ਇਹਨਾਂ ਦਾ ਸਾਡੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ। ਹੁਣ ਅਸੀਂ ਗੱਲ ਕਰਾਂਗੇ ਵਪਾਰਕ ਨਗਰਾਂ ਦੀ। ਵਪਾਰਕ ਨਗਰ ਉਹ ਥਾਂ ਹਨ ਜਿੱਥੇ ਵੱਖੋ ਵੱਖਰੇ ਉਤਪਾਦਨ ਕੇਂਦਰਾਂ ਤੋਂ ਆਉਣ ਵਾਲਾ ਸਮਾਨ ਖਰੀਦਿਆ ਅਤੇ ਵੇਚਿਆ ਜਾਂਦਾ ਸੀ। ਇਸ ਵਿੱਚ ਅਸੀਂ ਦਿੱਲੀ, ਅਹਿਮਦਾਬਾਦ, ਆਗਰਾ ਤੇ ਦਮਨ ਦਿਊ ਇਹਨਾਂ ਨਗਰਾਂ ਦੀ ਗੱਲ ਕਰਾਂਗੇ। ਇਹਨਾਂ ਖੇਤਰਾਂ ਦੇ ਵਿੱਚ ਕਈ ਤਰ੍ਹਾਂ ਦੇ ਮਸਾਲੇ, ਅਹਿਮਦਾਬਾਦ ਵਿੱਚ ਜਿਵੇਂ ਸੂਤੀ ਕੱਪੜਾ ਬਹੁਤ ਹੁੰਦਾ ਹੈ, ਉੱਥੋਂ ਦੇ ਦਰੀਆਂ ਤੇ ਗਲੀਚੇ, ਆਗਰਾ ਦੇ ਬਣੇ ਹੋਏ ਸੰਗਮਰਮਰ ਦੇ ਅਤੇ ਸ਼ੀਸ਼ੇ ਦੇ ਜੋ ਬੜੇ ਸੋਹਣੇ ਸੋਹਣੇ ਫੁੱਲਦਾਨ ਅਤੇ ਸ਼ੋਪੀਸ। ਉਸ ਤੋਂ ਬਿਨਾਂ ਦਮਨ ਦਿਊ ਦੇ ਸਿੱਪੀਆਂ, ਮੋਤੀ, ਇਹ ਚੀਜ਼ਾਂ ਜਿਹੜੀਆਂ ਸਨ ਵਪਾਰਕ ਪੱਖੋਂ ਬਹੁਤ ਜ਼ਿਆਦਾ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਸਨ। ਇਹਨਾਂ ਦਾ ਲੈਣ ਦੇਣ ਜਿਹੜਾ ਸੀ ਇਹ ਵਪਾਰਕ ਪੱਖ ਤੋਂ ਬਹੁਤ ਵਧੀਆ ਸਮਝਿਆ ਜਾਂਦਾ ਸੀ। ਵਪਾਰਕ ਤੌਰ 'ਤੇ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਸਥਾਨਾਂ ਦਾ ਸਾਡੇ ਦੇਸ਼ ਦੇ ਆਰਥਿਕ ਪੱਖ 'ਤੇ ਬਹੁਤ ਜ਼ਿਆਦਾ ਯੋਗਦਾਨ ਹੈ। ਇਸ ਤੋਂ ਬਾਅਦ ਹਨ ਵਪਾਰੀ ਤੇ ਕਾਰੀਗਰ। ਵਪਾਰੀ ਉਹ ਇਨਸਾਨ ਹਨ ਜਿਨ੍ਹਾਂ ਦਾ ਸਾਡੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ, ਕਿਉਂਕਿ ਭਾਰਤੀ ਕਾਰੀਗਰ ਹਰ ਤਰ੍ਹਾਂ ਦੀਆਂ ਵਸਤਾਂ ਤੇ ਕੱਪੜਾ ਤਿਆਰ ਕਰਨ ਵਿੱਚ ਬਹੁਤ ਨਿਪੁੰਨ ਸਨ। ਮੁੱਖ ਰੂਪ ਵਿੱਚ ਜੋ ਕੱਪੜਾ ਤਿਆਰ ਹੁੰਦਾ ਸੀ ਉਸ ਵਿੱਚ ਹਨ ਸੂਤੀ, ਊਨੀ ਤੇ ਰੇਸ਼ਮੀ ਕੱਪੜਾ।
ਇਹ ਲੋਕ ਚਮੜੇ ਦੀਆਂ ਵਸਤਾਂ ਬਣਾਉਣ ਵਿੱਚ ਨਿਪੁੰਨ ਸਨ। ਲੋਹੇ ਅਤੇ ਸੋਨੇ ਤੋਂ ਬਣੀਆਂ ਵਸਤਾਂ ਦਾ ਆਦਾਨ ਪ੍ਰਦਾਨ ਵੀ ਬਹੁਤ ਹੁੰਦਾ ਸੀ। ਇਹਨਾਂ ਵਪਾਰੀਆਂ ਅਤੇ ਕਾਰੀਗਰਾਂ ਨੇ ਆਪਣੇ ਗਿਲਡ ਵੀ ਬਣਾਏ ਹੋਏ ਸਨ, ਜੋ ਕਿ ਇੱਕ ਅਜਿਹਾ ਸੰਘ ਹੁੰਦਾ ਹੈ ਜਿਸ ਦੇ ਸਾਰੇ ਵਪਾਰੀ ਮੈਂਬਰ ਇੱਕੋ ਜਿਹਾ ਕਿੱਤਾ ਕਰਦੇ ਹਨ। ਵੱਖੋ ਵੱਖਰੀਆਂ ਚੀਜ਼ਾਂ ਨਾਲ ਸੰਬੰਧਿਤ ਵੱਖੋ ਵੱਖਰੇ ਸੰਘ ਹੁੰਦੇ ਸਨ। ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰਨ ਲਈ ਜਾਂ ਦੂਜੇ ਦੇਸ਼ਾਂ ਨਾਲ ਮੁਕਾਬਲਾ ਕਰਨ ਵਿੱਚ ਇਹਨਾਂ ਸੰਘਾਂ ਨੇ ਬਹੁਤ ਜ਼ਿਆਦਾ ਸਹਾਇਤਾ ਕੀਤੀ। ਇਹਨਾਂ ਸਾਰੇ ਹੀ ਨਗਰਾਂ ਨੇ ਔਰ ਇਹਨਾਂ ਵਪਾਰੀਆਂ ਅਤੇ ਕਾਰੀਗਰਾਂ ਨੇ ਸਾਡੇ ਦੇਸ਼ ਦੀ ਆਰਥਿਕਤਾ ਨੂੰ ਵਧੀਆ ਬਣਾਉਣ ਵਿੱਚ ਆਪਣਾ ਆਪਣਾ ਯੋਗਦਾਨ ਦਿੱਤਾ। ਪਿਆਰੇ ਬੱਚਿਓ, ਉਮੀਦ ਕਰਦੀ ਹਾਂ ਕਿ ਜੋ ਜਾਣਕਾਰੀ ਤੁਹਾਨੂੰ ਇਸ ਭਾਗ ਵਿੱਚ ਦਿੱਤੀ ਗਈ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੋਵੇਗੀ। ਹੁਣ ਅਸੀਂ ਇਸ ਨਾਲ ਸੰਬੰਧੀ ਇੱਕ ਛੋਟੀ ਜਿਹੀ ਅਭਿਆਸ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ। ਇਸ ਵਿੱਚ ਸਭ ਤੋਂ ਪਹਿਲਾਂ ਹਨ ਸਹੀ ਜਾਂ ਗਲਤ। ਮੋਹਿੰਜੋਦੜੋ ਸਿੰਧੂ ਘਾਟੀ ਦੇ ਲੋਕਾਂ ਦਾ ਰਾਜਧਾਨੀ ਨਗਰ ਸੀ। ਦੂਸਰਾ, ਸੂਰਤ ਇੱਕ ਮਹੱਤਵਪੂਰਨ ਤੀਰਥ ਸਥਾਨ ਸੀ। ਤੀਸਰਾ ਹੈ ਫਤਿਹਪੁਰ ਸੀਕਰੀ ਮੁਗਲਾਂ ਦਾ ਇੱਕ ਰਾਜਧਾਨੀ ਨਗਰ ਸੀ। ਚੌਥਾ, ਨਨਕਾਣਾ ਸਾਹਿਬ ਭਾਰਤ ਵਿੱਚ ਸਥਿਤ ਹੈ। ਪੰਜਵਾਂ, ਅੰਮ੍ਰਿਤਸਰ ਇੱਕ ਬੰਦਰਗਾਹ ਨਗਰ ਹੈ। ਪਿਆਰੇ ਬੱਚਿਓ, ਹੇਠਾਂ ਕੁਝ ਪ੍ਰਸ਼ਨ ਹਨ, ਇਹਨਾਂ ਦੇ ਉੱਤਰ ਵੀ ਤੁਸੀਂ ਦੇਣੇ ਹਨ। ਸਭ ਤੋਂ ਪਹਿਲਾ ਹੈ ਮੱਧਕਾਲੀਨ ਭਾਰਤ ਦੇ ਮੁੱਖ ਤੀਰਥ ਸਥਾਨਾਂ ਦੇ ਨਾਮ ਦੱਸੋ। ਦੂਸਰਾ ਹੈ ਸਿੰਧੂ ਘਾਟੀ ਦੇ ਲੋਕਾਂ ਦੇ ਰਾਜਧਾਨੀ ਨਗਰਾਂ ਦੇ ਨਾਮ ਦੱਸੋ। ਥਰਡ ਹੈ ਵਪਾਰਕ ਨਗਰ ਕਿਹਨਾਂ ਨੂੰ ਕਹਿੰਦੇ ਹਨ। ਪਿਆਰੇ ਬੱਚਿਓ, ਇਸ ਉਮੀਦ ਦੇ ਨਾਲ ਕਿ ਤੁਹਾਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ, ਕਿਉਂਕਿ ਤੁਸੀਂ ਸਾਰੇ ਹੀ ਪਾਠ ਨੂੰ ਚੰਗੀ ਤਰ੍ਹਾਂ ਸਮਝਿਆ ਹੋਵੇਗਾ। ਇਸ ਉਮੀਦ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।